ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਹਮ ਪਾਪੀ ਸੰਗ ਗੁਰ ਉਬਰੇ। ਪੁਨ ਸਤਿਗੁਰ ਕੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਸਤਿਗੁਰੂ ਨੇ ਇਹ ਸੁਭਾਗ ਸਮੇਂ ਸਾਨੂੰ ਬਖਸ਼ੇ ਹਨ। ਆਪ ਨਿਤਾ ਪ੍ਰਤੀ ਸਾਹਿਬਾਂ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਨਿਤਨੇਮ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ। ਮਹਾਰਾਜ ਕਿਰਪਾ ਕਰਨ। ਆਓ ਮਨੋਬਿਰਤੀਆਂ ਇਕਾਗਰ ਕਰਕੇ ਚੱਲ ਰਹੇ ਲੜੀਵਾਰ ਜੋ ਮੂਲ ਮੰਤਰ ਦੀ ਵਿਚਾਰ ਗੁਰੂ ਸਾਹਿਬ ਨੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਬੱਚਿਆਂ ਪਾਸੋਂ ਆਪ ਕਰਾਈ ਹੈ। ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਓ ਇਸੇ ਲੜੀ ਨੂੰ ਅੱਗੇ ਜੋੜਨ ਦਾ ਯਤਨ ਕਰੀਏ। ਮਹਾਰਾਜ ਕਿਰਪਾ ਕਰਨ। ਜਪਜੀ ਸਾਹਿਬ ਦੀ ਪੌੜੀ ਦਰ ਪੌੜੀ ਸਤਿਗੁਰੂ ਸੇਵਾ ਲੈਣ। ਸੋ ਆਓ ਮਨੋਬਿਰਤੀਆਂ ਇਕਾਗਰ ਕਰੀਏ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਜੋ ਪਹਿਲਾਂ ਅਸੀਂ ਵਿਚਾਰ ਕੀਤੀ ਸੀ ਮੂਲ ਮੰਤਰ ਦੀ, ਉਸ ਤੋਂ ਉਪਰੰਤ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ, ਦੇਖੋ ਤੁਸੀਂ ਜੇ ਧਿਆਨ ਨਾਲ ਦੇਖੋ ਗੁਟਕਾ ਸਾਹਿਬ ਤੇ ਮੂਲ ਮੰਤਰ ਤੋਂ ਬਾਅਦ ਅੱਖਰ ਆਉਂਦਾ ਹੈ ਜਪ, ਔਰ ਇਸ ਤੋਂ ਪਹਿਲਾਂ 2 ਡੰਡੇ ਹਨ, ਔਰ ਫਿਰ ਜਪ ਤੋਂ ਬਾਅਦ ਵੀ 2 ਡੰਡੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਮੂਲ ਮੰਤਰ ਦੀ ਸਾਰੀ ਜੋ ਵੀ ਉਹਦੀ ਵਿਲੱਖਣਤਾ ਹੈ, ਸਤਿਗੁਰੂ ਉਸ ਨੂੰ ਬਿਆਨ ਕਰ ਰਹੇ ਹਨ। ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਕਿ ਮੂਲ ਮੰਤਰ ਕਿੱਥੋਂ ਤੱਕ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਾਸੋਂ ਵਹੀ ਨਦੀ ਵਿੱਚੋਂ ਗੁਰੂ ਸਾਹਿਬ ਬਖਸ਼ਿਸ਼ ਕਰਕੇ ਲਿਆਏ ਸਨ, ਉਹ ਗੁਰਪ੍ਰਸਾਦ ਤੱਕ ਹੈ। ਹੁਣ ਜਪ ਆਇਆ ਹੈ ਅੱਖਰ। ਵੈਸੇ ਤਤਕਰੇ ਵਿੱਚ ਵੇਖੋ, ਉੱਥੇ ਬਾਣੀ ਦਾ ਨਾਮ ਹੈ ਜਪ ਨਿਸ਼ਾਨ। ਤੋ ਇੱਥੇ ਜਪ ਹੈ ਭਾਵ ਇਹ ਬਾਣੀ ਵਾਸਤੇ ਹੈ। ਜਪ ਜਿਹੜਾ ਅੱਖਰ ਹੈ ਗੁਰਬਾਣੀ ਦੇ ਵਿੱਚ ਤੁਹਾਨੂੰ 3 ਰੂਪਾਂ ਵਿੱਚ ਮਿਲੇਗਾ। ਪੱਪਾ ਮੁਕਤਾ ਵੀ ਆਏਗਾ, ਪੱਪਾ ਔਂਕੜ ਵਿੱਚ ਵੀ ਆਏਗਾ, ਤੇ ਪੱਪੇ ਨੂੰ ਸਿਹਾਰੀ ਵੀ ਹੋਏਗੀ। ਧਿਆਨ ਨਾਲ ਸਰਵਣ ਕਰਨਾ। ਭਾਵ ਉਚਾਰਨ ਵਿੱਚ ਤਿੰਨੋਂ ਅੱਖਰ ਜਪ ਹੀ ਆਉਂਦੇ ਨੇ। ਗੁਰੂ ਸਾਹਿਬ ਨੇ ਇਸ ਨੂੰ ਵਿਆਕਰਣ ਦਾ ਸਹਾਰਾ ਲਿਆ ਹੈ। ਪੜ੍ਹਨ ਵਿੱਚ ਜਪ ਹੀ ਪੜ੍ਹਨਾ ਹੈ, ਸਿਹਾਰੀ ਲੱਗਣ 'ਤੇ ਜਪੀ ਨਹੀਂ ਪੜ੍ਹਨਾ, ਔਂਕੜ ਲੱਗਣ 'ਤੇ ਜਪੂ ਨਹੀਂ ਪੜ੍ਹਨਾ। ਮੇਰੇ ਕਹਿਣ ਤੋਂ ਮੁਰਾਦ ਉਚਾਰਨ ਜਪ ਹੋਏਗਾ, ਪਰ ਜਦ ਪਾਠ ਨੂੰ ਅਸੀਂ ਧਿਆਨ ਨਾਲ ਪੜ੍ਹਾਂਗੇ, ਕਿਉਂਕਿ ਦੇਖੋ ਪਾਠ ਵਿੱਚ ਜੇ ਅਸੀਂ ਚਾਹੁੰਦੇ ਹਾਂ ਪਾਠ ਸਾਡਾ ਸ਼ੁੱਧ ਹੋਵੇ, ਮੇਰੀ ਗੱਲ ਦਾ ਧਿਆਨ ਦੇਣਾ, 3 ਗੱਲਾਂ ਦਾ ਧਿਆਨ ਦੇਣਾ ਅਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜੇ ਪਾਠ ਅਸੀਂ ਸ਼ੁੱਧ ਚਾਹੁੰਦੇ ਹਾਂ, ਸਾਡਾ ਉਚਾਰਨ ਸ਼ੁੱਧ ਹੋਵੇ। ਦੂਜਾ, ਵਿਸਰਾਮ, ਕਿੱਥੇ ਵਿਸ਼ਰਾਮ ਦੇਣਾ ਹੈ ਉਹ ਸ਼ੁੱਧ ਹੋਵੇ, ਉਹ ਵੀ ਦੇਖ ਕੇ। ਅਤੇ ਤੀਜਾ, ਬਾਣੀ ਦੇ ਅਰਥ ਆਉਣ,
तो फिर बाणी पढ़न का स्वाद है। नहीं तो कई अक्सर यही कहते हैं वाहिगुरू कि बाणी पढ़न का आनंद नहीं आता, यही कारण है। चलो उन्हां नालों ते चंगे आ ना जिहड़े बिल्कुल नहीं पढ़ते, ध्यान देना। तो इस करके महाराज कहते हैं, इत्थे महाराज ने जप अखर वरत्या है, 3 रूपां दे विच असीं दर्शन करीदे ने। एक जिहदे पप्पे दे औंकड़ होवे, जिहड़ा इस बाणी दे विच लिखिया होया है। ਇਹਦਾ ਭਾਵ ਇਹ ਵੇ कि एक वचन है सिंगुलर है ते नाउन है प्लूरल है। तो मेरे कहन तो पुलिंग भाव इत्थों ये पता लगता है कि ये बाणी का नाम है। असी सत्कार नाल जी लगा के साहिब लगाने हैं, जप जी साहिब। जे पप्पा मुक्ता होवे ते ये प्लूरल बन जाता है, बहुवचन। देखो गुरबाणी विच असी दर्शन करांगे, अखर आउंदा है असंख जप, असंख भाव, ये प्लूरल है। ਇਹਦੇ पप्पे ਦੇ थले औंकड़ होएगी तो सानू कहना या समझना नहीं पेगा, उत्थे असीं समझ जावांगे कि अनेकां बंदियां दी गल हो रही है। प्लूरल है, बहुवचन है। एक आंदा पप्पे नूं सिहारी, ਇਹਦਾ भाव हुंदा कि जपना कर, एको जप, एको सालाह, एक सिमर, एको मन आहा। देखो गुरबाणी नूं ध्यान नाल पढ़ोगे तो बहुत सौखा हो जाएगा। उत्थे जप आया, जपना कर है जप ही है, पप्पे नूं सिहारी है, वो संबोधित है, किसी नूं उपदेश है बई इको नूं जपना कर, एक दी सिफत कर। तो इत्थे महाराज ने जप नूं औंकड़ ला के ये बाणी का संकेत है कि महाराज इस बाणी नूं हुण उचार रहे हैं। तो भुलेखा असीं कढ दईए कि मूल मंत्र असीं गुरप्रसाद तक सरवण किया है, तो हुण बाणी का नाम जप आरंभ होया है। और हुण अगों जिहड़ा आना है वो पहला सलोक है, पौड़ी नहीं है शुरू हले, ये सलोक शुरू होया है। जपजी साहिब विच 2 सलोक आउंदे हैं, एक मूल मंत्र, 2 सलोक ते 38 पौड़ियां। और पहले सलोक विच देखो महाराज की कह रहे ने, आओ ध्यान नाल सरवण करिए। आद सच जुगाद सच, इस तरह विश्राम देना है भी सच, नानक होसी भी सच। देखो वो परमात्मा आद तो सच है, इत्थे वो वाला आद नहीं है। जे आद होएगा तो अंत भी होएगा, नहीं। इत्थे तो भाव आद तो भाव है सच, जिहड़ा परमात्मा है ना, वो जदों कुछ भी नहीं सी ना, सृष्टि नहीं भी साजी सी, उदों दी आद मुढ़ तो। कई बार असी जे आद कह दांगे तो फिर अंत भी उदा होएगा, नहीं नहीं, ये मुढ़ला है, मुढ़ है। आद सच, वो आद तो सच है। जदों धरती ते कुछ भी नहीं सी, जदों उन्हें सृष्टि नहीं बनाई सी, अरबद नरबद धंधुकारा, धरन न गगना हुक्म पारा, ना दिन रैन ना चंद ना सूरज, सुन समाध लगाए दा। वो एक सुन अवस्था विच बैठा होया सी उस वेले। ते महाराज कहते ने वो परमात्मा जदों कुछ भी नहीं सी, मुढ़ तो उदों वो सच सी। जुगाद, जुगां तो, जुगा तो मुढ़ तो। जुग जिस तरह सियाणे अक्सर कहते हैं भी सतगुर, त्रेता, द्वापर, कलयुग, ये 4 जुगां च वंडिया गया। ये जुगां दे मुढ़ तो भी वो परमात्मा सच सी। है भी सच, हुण भी है सच। क्योंकि असी सारे ना सच च नहीं है। जिहड़ा सच होएगा हमेशा रहेगा, ते असी सच तो परे हाँ, क्योंकि असी सच नहीं हाँ। असी अज हाँ, मेरी अज होंद है, कल पता नहीं होएगी, होएगी नहीं। परमात्मा सृष्टि साजन तो पहला भी सच सी, साजन तो बाद भी सच है, हुण भी सच है,
ਅੱਗੋਂ ਮਾਰੇ ਕਹਿੰਦੇ ਨੇ ਨਾਨਕ ਹੋਸੀ ਪੀ ਸੱਚ, ਅੱਗੋਂ ਵੀ ਸੱਚ ਹੋਵੇਗਾ। ਦੇਖੋ ਆਮ ਤੌਰ ਤੇ 3 ਕਾਲ ਮੰਨੇ ਜਾਂਦੇ ਨੇ, ਭੂਤ ਕਾਲ, ਭਵਿੱਖ ਕਾਲ ਤੇ ਵਰਤਮਾਨ ਕਾਲ। ਇੱਥੇ ਗੁਰੂ ਨਾਨਕ ਨੇ ਨਾ 4 ਕਾਲ ਵਰਤੇ ਨੇ। ਆਦ ਕਾਲ ਵੀ ਜੋੜ ਦਿੱਤਾ, ਆਦ ਤੋਂ ਸੱਚ ਹੈ, ਜੁਗਾਂ ਤੋਂ, ਤੇ ਹੁਣ ਵੀ ਤੇ ਅਗਾਂਹ ਵੀ। ਦੁਨੀਆ ਦੇ ਲੋਕ 3 ਕਾਲ ਕਹਿੰਦੇ ਨੇ ਨਾ, ਗੁਰੂ ਸਾਹਿਬ 4 ਕਾਲ ਕਹਿੰਦੇ ਨੇ। ਮਹਾਰਾਜ ਕਹਿੰਦੇ ਨਾਨਕ ਹੋਸੀ ਪੀ ਸੱਚ। ਦੇਖੋ ਮੈਂ ਇਸ ਗੱਲ ਨੂੰ ਕਹਿੰਦਾ ਹੀ ਜਾਵਾਂ ਤੇ ਅੱਛਾ ਹੋਵੇਗਾ। ਨਾਨਕ ਅੱਖਰ ਹੈ ਨਾ ਜਿਹੜਾ, ਗੁਰਬਾਣੀ ਵਿੱਚ 4 ਜਗ੍ਹਾ ਤੇ 4 ਰੂਪਾਂ 'ਚ ਤੁਹਾਨੂੰ ਪ੍ਰਾਪਤ ਹੋਏਗਾ, ਮਿਲੇਗਾ, ਜਿਹਦੇ ਤੁਸੀਂ ਦਰਸ਼ਨ ਕਰੋਗੇ। ਅਗਰ ਇਹ ਕੁਝ ਮੁੱਢਲੇ ਸਿਧਾਂਤ ਅਸੀਂ ਸਮਝ ਜਾਈਏ ਨਾ, ਜਿਨ੍ਹਾਂ ਕੋਲ ਅਸੀਂ ਸੰਥਾ ਲੈਂਦੇ ਸੀ ਨਾ, ਹੋ ਸਕਦਾ ਤੁਸੀਂ ਥੋੜ੍ਹਾ ਬੋਰ ਵੀ ਹੋ ਜਾਓ, ਲੇਕਿਨ ਅਗਰ ਅਸੀਂ ਮੁੱਢਲੇ ਸਿਧਾਂਤ ਨੂੰ ਫੜ ਲਾਂਗੇ ਨਾ, ਅੱਗੋਂ ਕਿੱਥੇ ਵੀ ਨਾਨਕ ਅੱਖਰ ਆਏਗਾ ਨਾ, ਤੇ ਅਸੀਂ ਫਟ ਕੈਚ ਕਰ ਲਾਂਗੇ ਕਿ ਨਾਨਕ ਅੱਖਰ ਕਿਸ ਵਾਸਤੇ ਆ ਰਿਹਾ ਹੈ। ਦੇਖੋ ਨਾਨਕ ਅੱਖਰ 4 ਰੂਪਾਂ 'ਚ ਸਾਨੂੰ ਮਿਲਦਾ ਹੈ। ਇੱਕ ਹੁੰਦਾ ਕੱਕਾ ਮੁਕਤਾ। ਮੁਕਤੇ ਤੋਂ ਭਾਵ, ਕਈਆਂ ਨੂੰ ਮੁਕਤਾ ਦਾ ਵੀ ਨਹੀਂ ਪਤਾ ਹੁੰਦਾ, ਮੁਕਤੇ ਤੋਂ ਭਾਵ ਜਿਹਦੇ ਨਾਲ ਕੋਈ ਹੋੜਾ ਕਨੋੜਾ, ਕੋਈ ਮਾਤਰਾ ਨਾ ਲੱਗੀ ਹੋਵੇ। ਮੁਕਤੇ ਭਾਵ ਆਪਣੇ ਆਪ ਪਿੱਛੇ ਉਸ ਅੱਖਰ ਦੇ ਨਾਲ ਕੋਈ ਜੁੜਵਾਂ ਅੱਖਰ ਨਹੀਂ ਹੈ। ਕੱਕਾ ਮੁਕਤਾ ਇੱਕ। ਦੂਜਾ ਕੱਕਾ ਔਂਕੜ ਆਏਗਾ ਨਾਨਕ ਦੇ ਵਿੱਚ, ਇੱਕ ਕੱਕੇ ਨੂੰ ਸਿਹਾਰੀ ਆਏਗੀ, ਤੇ ਇੱਕ ਤੁਸੀਂ ਦਰਸ਼ਨ ਕਰੋਗੇ ਨਾਨਕ ਦੇ ਨਾਲ ਕਾ, ਕੇ, ਕੂ, ਕੇ ਲੱਗਿਆ ਹੋਏਗਾ। ਇਹ 4 ਰੂਪਾਂ ਦੇ ਵਿੱਚ ਅਸੀਂ ਨਾਨਕ ਅੱਖਰ ਦੇ ਦਰਸ਼ਨ ਕਰਾਂਗੇ। ਤੇ ਇੱਥੇ ਜਿਹੜੇ ਮਾਰੇ ਕਹਿ ਰਹੇ ਨਾ ਨਾਨਕ ਕੱਕਾ ਮੁਕਤਾ ਹੈ, ਇਹ ਕਵੀ ਦੀ ਛਾਪ ਹੈ। ਦੇਖੋ 6 ਗੁਰੂ ਸਾਹਿਬਾਂ ਨੇ ਗੁਰਬਾਣੀ ਰਚੀ ਹੈ। ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਤੇਗ ਬਹਾਦਰ ਬਾਬਾ ਜੀ। ਇਹਨਾਂ 6 ਗੁਰੂ ਸਾਹਿਬਾਂ ਨੇ ਜਦੋਂ ਵੀ ਅਖੀਰ ਵਿੱਚ ਅੱਖਰ ਵਰਤਿਆ ਨਾ ਨਾਨਕ, ਤੇ ਉਹਦੇ ਕੱਕਾ ਮੁਕਤਾ ਹੈ। ਉਹ ਭਾਵ ਇਹ ਵੇ ਕਿ ਕਵੀ ਦੀ ਛਾਪ ਹੈ ਕਿ ਹੈ ਤੇ ਜੋਤ ਊਹਾ ਜੁਗਤ ਸਾਇ ਸੇ ਕਾਇਆ ਫਿਰ ਪਲਟੀ ਹੈ ਗੁਰੂ ਨਾਨਕ ਦੀ ਜੋਤ ਹੈ, ਉਸ ਕਵੀ ਦੀ ਮੋਹਰ ਲਾਈ ਹੈ। ਔਰ ਕੋਈ ਵੀ ਕਵੀ, ਜਿਸ ਤਰ੍ਹਾਂ ਕੋਈ ਭੱਟ ਬੋਲਦੇ ਨੇ, ਤੇ ਉਹ ਵੀ ਲਾਸਟ 'ਚ ਆਪਣਾ ਨਾਮ ਜ਼ਿਕਰ ਕਰਦੇ ਨੇ ਕਿ ਕਿਸ ਕਵੀ ਦਾ ਇਹ ਉਚਾਰਨ ਹੈ। ਕਿਉਂਕਿ ਸਮਾਂ ਵੀ ਆਇਆ ਸੀ ਜਦੋਂ ਰੱਬ ਭਲਾ ਕਰੇ, ਪ੍ਰਿਥੀ ਚੰਦ ਸਾਹਿਬਜ਼ਾਦੇ ਮਿਹਰਬਾਨ ਨੇ ਆਪਣੀ ਬਾਣੀ ਉਚਾਰ ਕੇ ਅੱਖਰ ਨਾਨਕ ਦੀ ਵਰਤੋਂ ਕਰਨ ਲੱਗ ਪਏ। ਤਾਂ ਉਸ ਵੇਲੇ ਮਹਾਰਾਜ ਨੂੰ ਇਹ ਲੋੜ ਪਈ ਆਦਿ ਗ੍ਰੰਥ ਤਿਆਰ ਦੀ, ਉਹ ਅਲੱਗ ਵਿਸ਼ਾ ਹੈ। ਤਾਂ ਨਾਨਕ ਕੱਕਾ ਜਦੋਂ ਮੁਕਤਾ ਆਏ, ਤੁਸੀਂ ਸਮਝ ਲੈਣਾ ਇਹ ਕਵੀ ਦੀ ਛਾਪ ਹੈ, ਇਹ ਗੁਰੂ ਸਾਹਿਬ ਆਪ ਸੰਬੋਧਿਤ ਕਰ ਰਹੇ ਨੇ। ਇੱਕ ਆਉਂਦਾ ਕੱਕਾ ਔਂਕੜ, ਸ਼ਾਇਦ ਆਪ ਜੀ ਦੇ ਗਿਆਤ ਵਿੱਚ ਨਾ ਹੋਵੇ। ਮੈਂ ਅਗਰ ਆਪ ਜੀ ਕੋਲੋਂ ਪੁੱਛਾਂ ਕਿ ਜਪਜੀ ਸਾਹਿਬ ਵਿੱਚ ਕੱਕੇ ਨੂੰ ਔਂਕੜ ਨਾਨਕ ਕਿੰਨੀ ਵਾਰੀ ਆਉਂਦਾ ਹੈ, ਪੈਰਾਂ ਥੱਲੇ ਕੱਕਿਆਂ ਦਾ ਔਂਕੜ, ਤੇ ਸ਼ਾਇਦ ਸਾਨੂੰ ਨਾ ਪਤਾ ਹੋਵੇ, ਹੋ ਵੀ ਸਕਦਾ ਪਤਾ ਹੋਵੇ, ਪਰ ਜਿਹਨੇ ਸੰਥਾ ਲਈ ਹੁੰਦੀ ਹੈ ਉਹਨੂੰ ਇਸ ਬਾਰੇ ਦਾ ਗਿਆਨ ਆਉਂਦਾ ਹੈ। ਤਾਂ ਅਸੀਂ ਇਹ ਸੰਥਾ ਹੀ ਲੈ ਰਹੇ ਹਾਂ, ਸਮਝ ਲਓ। ਵਿੱਚ ਮੈਂ ਸ਼ੁੱਧ ਵੀ ਚਾਹੁੰਦਾ ਵਾਂ ਤੇ ਨਾਲ ਨਾਲ ਇਹਦਾ ਉਚਾਰਨ ਵੀ ਹੁੰਦਾ ਰਹੇ। ਕੱਕਾ ਔਂਕੜ ਆਏਗਾ ਨਾ, ਇਹਦਾ ਭਾਵ ਹੈ ਕਿ ਨਾਨਕ ਪਾਤਸ਼ਾਹ ਆਪਣੇ ਵਾਸਤੇ ਵਰਤ ਰਹੇ ਨੇ। ਇਹ 2 ਵਾਰੀ ਜਪਜੀ ਸਾਹਿਬ ਵੀ ਤੁਸੀਂ ਦਰਸ਼ਨ ਕਰੋਗੇ। ਨਾਨਕ ਨੀਚ ਕਹੈ ਵਿਚਾਰ, ਤੇ ਨਾਨਕ ਕਿਆ ਵਿਚਾਰੇ। ਤੁਸੀਂ ਹੁਣ ਕਥਾ ਤੋਂ ਬਾਅਦ 2 ਵਾਰੀ ਦਰਸ਼ਨ ਕਰਨਾ। ਨਾਨਕ ਅੱਖਰ ਜਿਹੜਾ ਆਇਆ ਨਾ, ਕੱਕੇ ਨੂੰ ਔਂਕੜ ਜਪਜੀ ਸਾਹਿਬ ਵੀ 2 ਵਾਰੀ ਆਈ ਹੈ। ਉਹਨਾਂ ਨੇ ਮਹਾਰਾਜ ਨੇ ਆਪਣੇ ਵਾਸਤੇ ਵਰਤਿਆ ਹੈ। ਦੇਖੋ ਹੈ ਕੋਈ ਕਵੀ, ਹੈ ਕੋਈ ਗੁਰੂ ਐਸਾ ਜਿਹੜਾ ਆਪਣੇ ਆਪ ਨੂੰ ਨੀਚ ਕਹਿ ਰਿਹਾ ਹੋਵੇ? ਇਹ ਵਿਲੱਖਣਤਾ ਹੈ, ਇਹ ਮੇਰੇ ਗੁਰੂ ਦੀ ਵਡਿਆਈ ਹੈ, ਇਹ ਨਿਮਰਤਾ ਹੈ ਉਹਨਾਂ ਦੀ, ਜੋ ਆਪਣੇ ਆਪ ਨੂੰ ਇਤਨਾ ਨੀਵਾਂ ਸੱਧ ਕੁੱਤੇ ਦੇ ਸਮਾਨ। ਦੇਖੋ ਕਹਿਣ ਵਾਲੇ ਬੋਲਣੇ ਨਹੀਂ ਚਾਹੀਦੇ। ਨਾਨਕ ਨੀਚ ਕਹੈ ਵਿਚਾਰ, ਇਹ ਸਾਨੂੰ ਨਹੀਂ ਸੰਬੋਧਿਤ ਕਰ ਰਹੇ। ਗੁਰੂ ਸਾਹਿਬ ਆਪਣੇ ਆਪ ਨੂੰ ਇੱਕ ਨੀਚ ਕੀ ਵਿਚਾਰ ਕਰ ਸਕਦਾ ਪਰਮਾਤਮਾ ਤੇਰੀ? ਇਹ ਆਉਂਦਾ ਕੱਕੇ ਨੂੰ ਔਂਕੜ। ਇੱਕ ਹੁੰਦਾ ਕੱਕੇ ਨੂੰ ਸਿਹਾਰੀ, ਇਹਦਾ ਮਤਲਬ ਹੋਏਗਾ ਨਾਨਕ ਦੇ ਦੁਆਰਾ। ਤੇ ਇੱਕ ਆਉਂਦਾ ਨਾਨਕ ਕਾ, ਕੇ, ਕੂ, ਕੀ, ਉਹਨੂੰ ਇਕੱਠਾ ਪੜ੍ਹਨਾ ਹੈ।
बाकी जगह तो विश्राम देना है। नानक नीच कह विचार, हुण जे का के कू की आ गया ना, उन्हें कट्ठा पढ़ दे। नानक के घर केवल नाम, नानक की अरदास प्यारे, इनू कट्ठा पढ़ दो। मैं तां 2 मिनट लेने कि ये अखर की वरतों नानक की गुरु ग्रंथ साहिब विच बहुत थाई ते करीब करीब एवरी शब्द विच तुहानूं जिथे भी बाणी उचरी है नानक अखर आएगा। सो जिसनों भी कोई प्रॉब्लम या कोई समझ नहीं आए तो अगों कैसट आएगी, आप जी इसनों सरवण कर लेना। सो नानक अखर की 4 रूपों च सानूं मिलता है। तो गुरु पातशाह इत्थे कह रहे नानक विश्राम दे के, नानक देखो बाणी में इस तरह बड़ा आनंद आता है, अपने आप ही अर्थ हो जाएंगे। मैं नाम ही करा ना, अर्थ हो जाएंगे। नानक होसी भी सच, वो अगाम ही वो सच ही रहेगा। तो हुण इत्थे नाल एक पिया होया है इहदे विच, पर एक सलोक है। पौड़ी जिहड़ी आरंभ होनी है ना, वो हुण आरंभ होनी है, क्योंकि कई बार ये भी भुलेखे पा देंदे नहीं, पहली पौड़ी आ सच तो इन्ना ही, पहली पौड़ी हुण आरंभ होएगी। तुसीं देखना जे उत्थों आरंभ होई होंदी तो फिर 2 लिखिया आंदा नहीं। महाराज अगली जिहड़ी पौड़ी दे विच 1 लिखदे हन। तो की महाराज बख्शिश कर रहे हैं, सोचै सोच ना होवई जे सोची लख वार। देखो गुरु नानक पातशाह की कह रहे हैं, इन्हां सवाल है इहदे विच, इस पौड़ी दे विच मैं पहला थोड़ा क्लीयर करदा। इस पौड़ी विच सवाल है कि हे परमात्मा, असी किस तरह सचियार बनीए, बन सकने हैं। कि सचियारा होई है कि वो कूड़ा है, टुटा पाल। पाल होंदी दीवार कह लो, पर्दा कह लो, वाल हो गई, कंध हो गई। साडे ते परमात्मा दे विच जिहड़ी विथ है ना, डिस्टेंस है आपस विच, ओवे कूड़ दी, झूठ दा एक पर्दा पिया साडे दे विच। वो साडे विच गैप हैगा, और दीवार है, पतली दीवार है। गुरु नानक पातशाह ने एक सवाल किया है, और ये सारी व्याख्या अगों चलेगी पौड़ी दर पौड़ी। देखो हुण जपजी साहब की व्याख्या होएगी ना, एक पौड़ी दे नाल दूजी पौड़ी अटैच है। ये एक सिस्टम ऐसे नाल बनी है, एक पौड़ी दर पौड़ी, एक राह पद पौड़ी। जिस तरह एक पौड़ी पढ़ांगे ना, दूजी उहदे नाल कनैक्टेड है। गुरु साहब सानू की करना चाहते हैं, सानू पौड़ी दर पौड़ी उस सचखंड तक ले जाना चाहते हैं। मकसद महाराज का ये वे। देखो एक पौड़ी चढ़ांगे, सानू की होएगा, महसूस होएगा असीं उच्चे जा रहे हैं, जाने हैं ना। तीजी पौड़ी, चौथी, फिर अगां उपर चढ़ने, जो नीचे देखने वाकई उच्चे आ गए। वो किदे सदके आए? पौड़ियां दे सदके। गुरु साहब साडे जीवन की पौड़ी नूं इस तरह ले जाना चाह रहे हैं। मेरी गल की तवज्जो देना। तो गुरु साहब ने एक सवाल, एक मनुखता का सवाल रखा कि किवें असीं परमात्मा तो सामने सचियार हो सकने आ। तो महाराज ने कहा, जिहड़े लोगों ने उस वेले की हुण भी आई, मैं कहांगा जिहड़े ढंग अपनाए सी, महाराज ने उन्हें कंडम कर दिता कि भाई इहदा परमात्मा दे नाल कोई तलक नहीं है, परमात्मा दे घर पहुंचण दा। जिहड़े लोगों ने, धार्मिक लोगों ने अपनियां दुकानां चलाउण वास्ते एक ढंग अपना लिया कि परमात्मा इस तरह लभेगा तुहानूं, ते गुरु साहब ने उस ढंग का जिक्र करके ते उन्होंने कंडम कर दिता। बई बाहरली किरियावां दे नाल परमात्मा दे घर पहुंचण दा कोई साधन नहीं जे, कोई मतलब नहीं है। किसी ने मन की सुचता वास्ते गल नहीं की, शरीर की सुचता वास्ते, शरीर नूं चुप करन वास्ते गल कर दी, शरीर नूं भुख की गल कर दी, ते ज्यादा सियाणप की गल। महाराज कहते नहीं, ये विशा सी मन का, ये खेड मन की है। तो महाराज हुण यही समझा रहे हैं, जिहड़े कर्म कांड उस वेले हो रहे सन, 4 कर्म कांड मेन सी। वैसे तो अज भी ने, अज भी कई सिख भी इस राहां ते चल रहे हैं, पर उहदे नाल सचियार नहीं बनया जा सकता। गुरमुखो, सचियार बनने वास्ते गुरु साहब ने अज सानू उपदेश दिता है कि सोचै रोक के, सोचे नहीं पढ़ना, सोचै दुलावां ने। यही चीज़ गुरबाणी विच जदों तुसीं उच्चारण शुद्ध हो गया ना, मैं पहलां कहा एक उच्चारण, एक विश्राम ते एक थोड़े अर्थ का पता लग जाए, गुरबाणी पढ़न का स्वाद आ जाएगा। महाराज कहते सोचै
सोच ना होवई जे सोची लख वार। बई जिहड़ी सोच है ना, जिहड़ी पवित्रता है, जिहड़ी असी पवित्रता बनाने वास्ते असी की कीता, असी सुचतम होने वास्ते ना लखां वारी इशनान करन दा एक मन विच बिठा लिया, क्योंकि सानू समझाया ही है गया कि भाई इशनान करो तीर्थां ते तुसी पवित्र हो जाओगे। कदी बाहरला इशनान करके भी कोई अंदर दी पवित्रता हो सकती? अंतर मैल जे तीर्थ ना आवे, मारे कहते अंदर मैल है तो बाहर तीर्थां ते इशनान कर रहे हैं, तिस बैकुंठ ना जाना। मारे कहते लोग पतीने कछू ना होवे नाए राम ए आना। इस तरह भरमा के लोगों नूं मैं 68 तीर्थां ते 68 8 ते 60 68 68 तीर्थां दा इशनान करके मैं लोगों नूं भरमा रहा। कोई राम ए आना नहीं है कि तुसी सोचो कि मैं बहुती जगह ते इशनान कर लवांगा तो मेरा अंदरों मैं सुचतम हो गया, पवित्र हो गया। नहीं, पूजो राम एक ही देवा। वो केड़ा है? साचा नावण गुर की सेवा। सच्चा जिहड़ा नहाना है ना, वो गुरु की सेवा है जिहड़ी तुसी कर रहे हो। ठीक है, जिहड़ा नहीं भी जा सकता इशनान, वो सिफतां दा भी इशनान करे। रामदास सरोवर नहाते सब उतरे पाप कमाते। हमारे कहते ना, एक जगह ते नहावन चले तीर्थी गुरु नानक पातशाह, मन खोटे तन चोर, एक भौ लत्ती नातियां दोए पा चढ़िए होर। कहते उत्थे गए, नहावन चले तीर्थी, अंदर मन च खोड़ सी ते अपने वाले पाप लाणगे तो बदकिस्मती नाल 2 पाप होर चढ़ा के ले आए। बाहर धोती तुंबड़ी, अंदर विष विकोर, साध भले अन्नातियां चोर से चोरां चोर। साध जिहड़े हुंदे ने, ना भी नहान, मतलब इत्थे ये नहीं है कि नहाना नहीं है। मारे गुरु नानक पातशाह का समझाने का यह ढंग है कि बाहरला इशनान करो शरीर की सुचतम वास्ते, पवित्रता वास्ते नहीं। हुण तुसी बैठे हो, इशनान करके बैठे हो, जे बाई चांस तबीयत खराब है, जे बुखार है, दिल भी करना है, पाठ करना है, कोई वड्डी गल नहीं। मारे ने इन्नी सानू हट करन दी गल नहीं कही। तुसी 5 इशनाना भी कर सकते हो, फ्रैश होके अपना हाथ मूँह धो के तुम बैठ के चौंकड़ा मार के भी कर सकते हो, जे शरीर स्वस्थ नहीं है। ये नहीं कि वीर जी ने कहता कि हुण कल तो नहाना ही नहीं, नहीं, ऐसी गल नहीं। जे शरीर नहीं मान रहा कि शरीर बुखार है या शरीर में होर कोई तकलीफ है, बैड ते पे हैं, तो कोई ऐसा भरम नहीं पाना। तो महाराज कहते ने, क्योंकि सुच्चे ये ना आखिए बहन जे पिंडा धोए, सुच्चे सही नानका जिन मन वसिया सोए। बाहर की सुचनता पवित्रता दे नाल इस तरह नहीं होएगी। तो गुरु साहब यही कह रहे हैं, पहले नूं कंडम कर दिता। मारे कहते ने सोचै सोच ना होवे जे सोची लख वार। तू लखां वार भी इशनान कर लै, तेरी पवित्रता नहीं बननी। दूजा कर्म कांड, चुपै, इत्थे चुप्पे नहीं पढ़ना, चुपै रुक के, चुप ना होवे जे लाए रहा लिवतार। भलिया करना ते तू मन नूं चुप सी, बदकिस्मती नाल तू शरीर नूं तू रसना राही चुप कर दिता। मारे कहंदे ने चुप वाली तो गल ही नहीं। जे चुप वाली गल हुंदी ते सानू रब साडी मुख ते रसना लगांदा ही ना, ये वाली इंद्री यूज ही ना करदा। जब लग दुनिया रहीए नानका किच सुनिए किच कहिए। मारे कहते जदों तक दुनिया है ना, कुछ सुन ते कुछ कह। हाँ, कहना की है ते सुनना की है। ਉਹ ਵੇ ਗੁਰਬਾਣੀ ਸੁਣਨੀ है, चंगी गल सुननी है, तो चंगी गल ही बोलनी है। लोगों ने की किया, उन्होंने कहा रब नूं पाना है, मन के उत्ते पट्टी बन ली या चुप करना भी बोलना ही नहीं है। पर अंदर भांबड़ मच रहे ने, अंदर मन थोड़ा चुप है, चुप तो मन ने करना सी। तो गुरु साहब कहते ने जे लाए रहा लिवतार, तू लाए लिव एक मतलब कि टिका के कोई टिक लगा के किसी चीज़ नूं वेखदा ना, जे तू इस तरह भी करके बैठा होया है ना, चुपै चुप ना होवई, इस तरह चुप रह के मन तेरा चुप नहीं हो सकता।
जे एक टिक ला के लिव ला के तू मतलब कि तू समझे शांति हो गई मन के अंदर, नहीं उस तरह नहीं। इत्थों ते रसना नाल चुप नहीं, रसना नाल ही तो वाहिगुरु वाहिगुरु यही तो मन में जाना सी, इन्ने ही तो मन नूं शांत करना सी। गुरमुख अंतर सहज है मन चढ़िया दसवें आकाश, मन नूं चुप कराना सी। जिहड़ा मन हर वक्त भजदा रहिंदा है, बोलदा रहिंदा है, मन माड़े बन्ने जांदा है, महाराज कहंदे ने मन नूं शांत करना सी। तीजा मैं शॉर्ट विच तां कह रहा, मैं चाहना रोज़ एक पौड़ी दी गुरु साहब विचार ले लैन, क्योंकि इहनूं विषय जितना मर्जी खोल लईए। तो तीजा जिहड़ा कर्म कांड चल रहा सी, अपनी अपनी ना नाल मन की पतरी नूं वाचदे रहीए। जे असी ये कर्म कांडां विच कित्थे फसे होए हां ते जपजी साहब सानूं हुण ये सानूं सारा कुछ समझा रही है कि भाई ये कर्म कांडां नाल रब दे असी काम चंगा ही कर रहे हैं। देखो भावें चुप बैठे नहीं बोलना, लेकिन काम चंगा कर रहे हैं, पर ऐसा कि जो गुरबाणी की वारी आई असी बोल ही नहीं रहे। नहीं नहीं नहीं, बोलना है। महाराज कहते बोलो जिन्ना वाधू बोल सकते हो, पर वो नहीं बहुता बोलन झक्खण होए, विण बोले जाने सब कोए। वो वजह बोल नहीं बोलना जिदे बोलन नाल व्यर्थ हो रहा है, नहीं एलर्जी वेस्ट हो रही है, नहीं वो बोलो घट। कहते हैं कई कहते तोल मोल के बोल, कहते हैं ना बोलन वक्त भी ध्यान रखो, बोल विच गुरु नानक दी बाणी बोले। तो महाराज कहते हैं इस तरह का बोल नहीं चाहिए, इस तरह की चुप नहीं चाहिए जिदे नाल मन चुप ना होवे। तुसीं जिन्नी बाणी पढ़ोगे ना मन शांत होता जाएगा, मन चुप होता जाएगा, क्योंकि मन नूं समझ आ जाएगी किस खेड़ विच तू नच रहे हैं। तो महाराज हुण तीजी गल कर रहे ने, भूखियां भूख ना उतरी, वाह जे बन्ना पूरियां भार। हमारे कहते ने तेरी भूख नहीं उतर सकती। क्यों? उन्होंने लोगों ने एक विचार बना लिया कि जितने पदार्थ असी ज्यादा इकट्ठे कर लांगे ना, एक दिन होएगा कि सारा जिन्ने पदार्थ इकट्ठे कर लांगे ना साड़ी भूख उतर जाएगी। देखो पूरियां पार, देखो सारे ध्यान देना, सारे संसार नूं ना ब्रह्मंड कहते हैं। वैसे असी जिन्ना महापुरखों को संथा लैंदे सी ना, वो कहते सी ब्रह्मंड पता की है, 7 आकाश 7 पताल ते 7 धरती मिला के एक ब्रह्मंड बनता है। इनू संसार कहा जिन्हों ब्रह्मंड। ते ब्रह्मंड के अंदर 9 खंड होंदे ने, ध्यान देना 9 खंड होंदे ने। धरती 9 हिस्सों 9 खंडों में वाहिगुरू इंज पा के ना, मतलब कि इस तरह पा के तुम वेखोगे तो 9 खंड बन जाएंगे। तो 9 खंड के अंदर अगों 14 पुरियां ने। मारे कहते ने ये सारिया पुरियां का भाव इन्हां दी विच सारे पदार्थ इकट्ठे कर लै। भूखियां भूख ना उतरी जे बन्ना पुरियां भार, भाव कि एक तृष्णा का बझा होया बंदा अगर सारे पदार्थ भी दुनिया के इकट्ठे कर ले, पुरियां दे 14 पुरियां दे जे सारे पदार्थ भी इकट्ठे कर ले ना, भूख नहीं उतरती। तृष्णा बिल्ले ही की बूझी है, कोट जोड़े लाख करोड़े मन ना हो रहे, परे ही परे को लूझी है। मारे फिर तृष्णा किवें बुझेगी? तृष्णा बुझे हर के नाम, वो हरि दे नाम दे नाल। हुण मैं कहां अग नूं शांत करना है तो मैं घरों बालन लिया के अग च पाई जावां, वो मेरी मूर्खता होएगी भाई। बालन नाल ते होर भांबड़ मचणगे। पदार्थ जिन्ने मर्जी इकट्ठे करे जाइए, वो अज होर सैस खटे लख को उठतावे, त्रिपत ना आवे माया पाछे पावे। असी की कीता? असी अग नूं बुझाण वास्ते बालन पाई जा रहे हैं, ਉਹਦੇ ਭਾਂਬੜ होर मची जा रहे हैं। सियाणा कोई आया गुरु नानक वर्गा, कोई रब्बी रूप आया, उन्हें कहा भाई नहीं अग नूं एवें शांत नहीं करीदा, अग नूं बुझाना ही तो पानी पा। ते जे मन दे अंदर इस तृष्णा की अग नूं बुझाना ही ना, नाम का छिट्टा दे। मैनूं मस्कीन साहब की बड़ी अच्छी गल याद आती है, कहते बंदा सारी उम्र ना घर के पदार्थ इकट्ठे करता रहिंदा है, समान इकट्ठा करता रहिंदा है, घर भर लैंदा है, और सारी उम्र सारे अपने सुआस ने ना जेड़े वो माया दे
ਇਹ ਖਜ਼ਾਨਿਆਂ ਨੂੰ ਇਕੱਠੇ ਕਰਨ ਵਾਸਤੇ, ਮਾਇਕ ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ ਘਰ ਭਰੀ ਜਾਂਦਾ ਘਰ ਦੇ ਅੰਦਰ ਵਾੜੀ ਜਾਂਦਾ, ਇਹ ਵੀ ਆ ਜਾਏ, ਇਹ ਵੀ ਆ ਜਾਏ। ਇੱਕ ਦਿਨ ਆਉਂਦਾ ਸਮਾਨ ਸਾਰਾ ਅੰਦਰ ਹੁੰਦਾ, ਆਪ ਬਾਹਰ ਹੁੰਦਾ, ਭਾਵ ਕਿ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਤਾਂ ਗੁਰੂ ਸਾਹਿਬ ਇੱਥੇ ਇਹੀ ਸਮਝਾ ਰਹੇ ਨੇ ਕਿ ਭਾਈ ਪਦਾਰਥਾਂ ਦੇ ਨਾਲ ਤੇਰੀ ਭੁੱਖ ਨਹੀਂ ਉਤਰਨੀ, ਭੁੱਖ ਉਤਰਨੀ ਹੈ ਉਤ ਭੁੱਖੇ ਖਾਏ ਚਲੀਏ ਦੁੱਖ। ਤੈਨੂੰ ਭੁੱਖ ਲੱਗੇ ਨਾਮ ਦੀ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਤਾਂ ਮਾਰੇ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਾਰੀ ਪੁਰੀਆਂ ਦਾ ਭਾਰ ਇਕੱਠਾ ਕਰ ਲੈ ਤਾਂ ਵੀ ਤੇਰੀ ਭੁੱਖ ਨਹੀਂ ਉਤਰਨੀ, ਭਾਵੇਂ ਜਿਤਨਾ ਮਰਜ਼ੀ ਇਕੱਠਾ ਕਰ ਲੈ। ਇੱਕ ਹੋਰ ਫਿਰਕਾ ਹੈ, ਉਹ ਕਿਹੜਾ ਹੈ? ਮਹਾਰਾਜ ਕਹਿੰਦੇ ਨੇ ਸਹਿਸ। ਸਹਿਸ ਇਹ 100 ਵਾਸਤੇ ਵੀ ਯੂਜ਼ ਕਰ ਸਕਦੇ ਹੋ, 1000 ਵਾਸਤੇ ਵੀ ਕਰ ਸਕਦੇ ਹੋ। ਸਹਿਜ ਸਿਆਣਪਾ ਲੱਖ ਹੋ ਹੈ, ਤਾਂ ਇੱਕ ਨਾ ਚੱਲੇ ਨਾਲ ਤੇਰੀਆਂ ਹਜ਼ਾਰਾਂ ਵੀ ਸਿਆਣਪਾਂ। ਤੂੰ ਬਹੁਤ ਪੜ੍ਹ ਲੈ, ਤੂੰ ਕਹਿ ਕਿ ਇਤਨਾ ਪੜ੍ਹ ਲਿਆ ਹੈ, ਬੜੀਆਂ ਡਿਗਰੀਆਂ ਲੈ ਲਈਆਂ ਨੇ, ਬਹੁਤੀ ਸਿਆਣਪ ਲੈ ਲਈਏ, ਪਰ ਉਹ ਸਿਆਣਪ ਕੰਮ ਨਹੀਂ ਆਣੀ। ਬਹੁਤ ਸਿਆਣਪ ਜਮਕਾ ਭਉ ਵਿਆਪੇ। ਮਾਰੇ ਕਹਿੰਦੇ ਨੇ ਪੜਿਆ ਮੂਰਖ ਆਖੀਏ, ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ। ਜੇ ਪੜ੍ਹ ਲਿਖ ਕੇ ਅੰਦਰ ਕੀ ਪੈਦਾ ਹੁੰਦਾ ਹੈ? ਹੁਣ ਇੱਕ ਡਾਕਟਰ ਹੈ, ਮੇਰੇ ਮਿੱਤਰ ਨੇ, ਉਹਨਾਂ ਨੇ 2 ਕਰੋੜ ਰੁਪਇਆ ਲਾ ਕੇ MD ਬਣੇ ਨੇ, ਬੜੀ ਖੁਸ਼ੀ ਹੋਈ ਹੈ। ਹੁਣ ਮੈਂ ਮਨ ਵਿੱਚ ਸੋਚ ਰਿਹਾ, ਜਿਸ ਨੇ 2 ਕਰੋੜ ਰੁਪਇਆ ਲਗਾਇਆ ਹੈ, ਉਹਦੇ ਅੰਦਰ ਕਿੰਨੀ ਕੁ ਇਨਸਾਨੀਅਤ ਰਹਿ ਸਕਦੀ ਹੈ? ਉਹਦੀ ਸੋਚ ਵਿੱਚ ਕਿੰਨੀ ਕੁ ਇਨਸਾਨੀਅਤ ਹੈ? ਕਿਉਂ? ਕਿਉਂਕਿ ਬਾਤੀ ਸਿਆਣ ਮਾਰੇ ਕਹਿੰਦੇ ਨੇ ਪੜਿਆ ਮੂਰਖ ਆਖੀਏ, ਜਿਸ ਲੱਭ ਲੋਭ ਅਹੰਕਾਰਾ। ਉਹਦੇ ਅਹੰਕਾਰ ਵੀ ਆ ਜਾਏਗਾ, ਲੋਭ ਵੀ ਆ ਜਾਏਗਾ। ਪਰ ਮਾਰੇ ਕੋਲੋਂ ਪੁੱਛਿਆ ਫਿਰ ਕਿਵੇਂ? ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ। ਨਾਲ ਨਾਲ ਗੁਰਮਤ ਦੀ ਵਿਚਾਰ ਵੀ ਹੋਵੇ, ਨਾਮ ਦੀ ਪਕੜ ਹੋਵੇ, ਤੇ ਫਿਰ ਸਿਆਣਪ ਤੇਰੀ ਉਸ ਦਰਗਾਹ ਵਿੱਚ ਪ੍ਰਵਾਨ ਹੈ, ਉਹ ਵਾਲੀ ਸਿਆਣਪ। ਪਰ ਇਹ ਵਾਲੀ ਸਿਆਣਪ ਨਹੀਂ, ਸਹਿਜ ਸਿਆਣਪਾ ਲੱਖ ਹੋਏ, ਇਹ ਵਾਲੀ ਸਿਆਣਪ ਨਹੀਂ। ਹੁਣੇ ਪੜ੍ਹ ਕੇ ਆਏ ਆ ਨਾ, ਭੈਣ ਜੀ ਨੇ ਪੜ੍ਹਿਆ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਰੱਬ ਨੂੰ ਚਤਰਾਈਆਂ ਨਾਲ ਨਹੀਂ ਪਾਇਆ ਜਾ ਸਕਦਾ। ਚਤਰਾਈ ਨਾ ਚਤਰ ਬੁਝ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਮਾਧੋ ਪਰਮਾਤਮਾ ਨਾਲ, ਮਾਇਆ ਦਾ ਪਤੀ। ਰੇ ਜਨ ਮਨ ਮਾਧੋ ਸਿਉ ਲਾਈਏ, ਚਤਰਾਈ ਨਾ ਚਤਰ ਬੁਝ ਪਾਈਏ। ਚਤਰਾਈਆਂ ਨਾਲ ਚਤਰ ਬੁਝ ਪਾਓ ਪਰਮਾਤਮਾ, ਚਤਰਾਈਆਂ ਨਾਲ ਨਹੀਂ ਮਿਲਦਾ। ਉਹ ਤੇ ਭੋਲਾ ਪਾਓ ਗੋਬਿੰਦ ਮਿਲਾਵੇ। ਤਾਂ ਪਾਤਸ਼ਾਹ ਇੱਥੇ ਕਹਿ ਰਹੇ ਨੇ ਸਹਿਜ ਸਿਆਣਪਾਂ ਲੱਖ ਹੋ ਹੈ, ਤਾਂ ਇੱਕ ਨਾ ਚੱਲੇ ਨਾਲ। ਇਹ ਦੁਨੀਆ ਦੀਆਂ ਸਿਆਣਪਾਂ ਚਲਾਕੀਆਂ ਤੂੰ ਲੋਕਾਂ ਨੂੰ ਭਰਮਾ ਕੇ ਆਪਣੇ ਕਾਰੋਬਾਰ ਵਿੱਚ ਮਾਇਆ ਵਿੱਚ ਵਾਧਾ ਕਰ ਸਕਣਾ, ਪਰ ਪਰਮਾਤਮਾ ਦੇ ਘਰ ਵਿੱਚ ਇਹ ਵਾਲੀਆਂ ਤੇਰੀਆਂ ਸਿਆਣਪਾਂ ਬਿਲਕੁਲ ਨਹੀਂ ਚੱਲਣੀਆਂ। ਨਹੀਂ, ਇਹ ਨੋਟ ਕਰ ਲੈ, ਉੱਥੇ ਤੇ ਭੋਲੇ ਪਾਸ ਪਰਮਾਤਮਾ ਮਿਲਣਾ ਹੀ। ਤਾਂ ਮਹਾਰਾਜ ਅਖੀਰ ਵਿੱਚ ਕੀ ਸਵਾਲ ਕਰ ਰਹੇ ਨੇ ਕਿ ਸੱਚਿਆਰਾ ਹੋਈਏ। ਮਹਾਰਾਜ ਦੱਸ ਰਹੇ ਨੇ ਕਿਵੇਂ ਫਿਰ ਸੱਚਿਆਰ ਹੋਈਏ, ਜੇ ਤੁਸੀਂ ਚਾਰੋਂ ਹੀ ਚੀਜ਼ਾਂ ਕੰਡਮ ਕਰ ਦਿੱਤੀਆਂ ਨੇ, ਨਾ ਮਤਲਬ ਕਿ ਇਸ਼ਨਾਨ ਵਿੱਚ, ਤੇ ਨਾ ਮਤਲਬ ਕਿ ਪਦਾਰਥ ਇਕੱਠੇ ਕਰਕੇ, ਤੇ ਨਾ ਇਸ਼ਨਾਨ ਕਰਕੇ, ਨਾ ਚੁੱਪ ਰਹਿ ਕੇ। ਤੁਮਾਰੇ ਕਹਿੰਦੇ ਨੇ ਫਿਰ ਕਿਸ ਤਰ੍ਹਾਂ ਹੋਵੇ ਕਿ ਕੂੜੇ ਟੁੱਟੇ ਪਾਲ, ਕਿਵੇਂ ਕੂੜ ਦੀ ਦੀਵਾਰ ਟੁੱਟ ਜਾਏ, ਸਾਡਾ ਔਰ ਪਰਮਾਤਮਾ ਦਾ ਜਿਹੜਾ ਇੱਕ ਵਿੱਚ ਪੜਦਾ ਹੈਗਾ ਕਿਵੇਂ ਟੁੱਟੇ। ਮਹਾਰਾਜ ਨੇ ਸਵਾਲ ਕੀਤਾ। ਦੇਖੋ ਗੁਰਬਾਣੀ ਵਿੱਚ ਨਾ ਸਵਾਲ ਕਰਨ ਤੋਂ ਬਾਅਦ ਜਵਾਬ ਵੀ ਨੇ। ਕਈ ਧਰਮਾਂ ਵਿੱਚ ਨਾ ਐਸੇ ਭੰਬਲ ਭੂਸੇ ਪਾ ਦਿੰਦੇ ਨੇ, ਸਵਾਲ ਤਾਂ ਕਰ ਦਿੰਦੇ ਨੇ, ਜਵਾਬ ਨਹੀਂ ਹੁੰਦਾ। ਗੁਰੂ ਸਾਹਿਬ ਨੇ ਆਪਣੇ ਬੱਚਿਆਂ ਪਾਸੋਂ ਕੋਈ ਚੀਜ਼ ਲੁਕਾਈ ਨਹੀਂ ਹੈ। ਤੁਮਾਰੇ ਕਿਵੇਂ ਹੋਈਏ? ਤੇ ਮਹਾਰਾਜ ਨੇ ਫਿਰ ਫੈਸਲਾ ਦੇ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ। ਇੱਥੇ ਨਾਨਕ ਕੱਕਾ ਮੁਕਤ ਹੈ। ਮੈਂ ਪਹਿਲਾਂ ਕਿਹਾ ਇਹ ਕਵੀ ਦੀ ਛਾਪ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਤੇ ਰਜਾਈ ਇਹ ਦੋਨੋਂ ਇੱਕੋ ਜਿਹੇ ਅੱਖਰ ਲੱਗਦੇ ਨੇ। ਰਜਾਈ ਉਹ ਨਹੀਂ ਹੈ ਜਿਹੜੀ ਅਸੀਂ ਸਰਦੀਆਂ 'ਚ ਲੈਂਦੇ, ਨਹੀਂ। ਰਜਾਈ ਤੋਂ ਭਾਵ ਰਜਾ ਵਾਲਾ। ਰਜਾ ਵਾਲਾ ਕੌਣ ਹੈ? ਪਰਮਾਤਮਾ। ਅਗਰ ਉਸ ਹੁਕਮ ਮੰਮੇ ਨੂੰ ਸਿਹਾਰੀ ਹੈ, ਦੇਖੋ ਧਿਆਨ ਦਿਓ, ਹੁਕਮ ਦੇ ਮੰਮੇ ਨੂੰ ਸਿਹਾਰੀ, ਹੁਕਮ ਦੇ ਵਿੱਚ ਅੱਖਰ ਦੇਖੋ ਵਿਆਕਰਨ ਨਾਲ ਹੀ ਜੋੜ ਦਿੰਦੀ ਅੱਖਰ। ਉਸ ਪਰਮਾਤਮਾ ਰਜਾਈ, ਜਿਹਦਾ ਰਜਾ ਦੇ ਰਹਿਣ ਵਾਲਾ, ਭਾਵ ਕਿ ਰਜ਼ਾ ਵਾਲਾ ਅਕਾਲ ਪੁਰਖ ਐਵੇਂ ਕਹਿ ਲਓ,
ਉਹ ਰਜਾ ਵਾਲਾ ਅਕਾਲ ਪੁਰਖ ਉਹਦੇ ਹੁਕਮ ਵਿੱਚ ਜੇ ਚੱਲਾਂਗੇ ਨਾ ਤੇ ਕੀ ਹੋਏਗਾ। ਨਾਨਕ ਲਿਖਿਆ ਨਾਲ, ਉਹ ਸਾਡੇ ਧੁਰੋਂ ਹੀ ਉਹ ਜੋ ਕੁਝ ਲਿਖਿਆ ਹੈ ਨਾ ਉਹਦੀ ਰਜ਼ਾ ਵਿੱਚ ਅਸੀਂ ਚੱਲੀਏ। ਗੁਰੂ ਸਾਹਿਬ ਕਹਿੰਦੇ ਨੇ ਉਸ ਦੇ ਭਾਣੇ ਵਿੱਚ ਆ ਜਾਈਏ, ਉਹਦੀ ਰਜ਼ਾ ਵਿੱਚ ਆ ਜਾਈਏ। ਜਿਉਂ ਰਜ਼ਾ ਵਿੱਚ ਆਵਾਂਗੇ ਤੇ ਸਾਨੂੰ ਇਹ ਸਭ ਜਿਹੜੀਆਂ ਉਤਲੀਆਂ ਬਿਮਾਰੀਆਂ ਕੋੜ ਨੇ ਨਾ ਕਰਮ ਕਾਂਡਾਂ ਦੇ, ਕਰਮ ਧਰਮ ਪਾਖੰਡ ਜੋ ਦਿਸੇ ਤਿਨ ਜਮ ਜਾਗਾਤੀ ਲੁੱਟੇ, ਇਹ ਸਭ ਕੋੜਾਂ ਤੋਂ ਅਸੀਂ ਦੂਰ ਹੋ ਜਾਵਾਂਗੇ। ਕਿਉਂ? ਜੇ ਉਹਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਚੱਲ ਪਾਵਾਂਗੇ ਤੇ ਫਿਰ ਸਾਨੂੰ ਇਹ ਪੋ ਨਹੀਂ ਸਕਦੀਆਂ। ਦੇਖੋ ਅੱਗੇ ਜਾ ਕੇ ਅਸੀਂ ਇਹ ਵੀ ਪੜਾਂਗੇ, ਜੇ ਤੁਸੀਂ ਭਾਣੇ ਵਿੱਚ ਗੁਰੂ ਦੇ ਭਾਣੇ ਅਨੁਸਾਰ ਚੱਲਾਂਗੇ ਨਾ, ਬੰਦ ਖਲਾਸੀ ਭਾਣੇ ਹੋਏ। ਅੱਗੇ ਬਹੁਤਾ ਕਰਮ ਆਏਗੀ ਨਾ ਪੌੜੀ, ਜਦੋਂ ਅੱਗੋਂ ਵਿਚਾਰਾਂਗੇ ਤਾਂ ਉਸ ਪੌੜੀ ਵਿੱਚ ਮਾਰੇ ਕਹਿੰਦੇ ਨੇ ਬੰਦ ਖਲਾਸੀ ਭਾਣੇ ਹੋਏ। ਜਿਹੜੀ ਸਾਡੀ ਬੰਦ ਖਲਾਸੀ ਹੈ ਨਾ, ਮੁਕਤੀ ਕਿਵੇਂ ਹੋਣੀ ਹੈ, ਉਹ ਵੀ ਭਾਣੇ ਵਿੱਚ ਹੋਣੀ ਜੇ। ਤਾਂ ਮਹਾਰਾਜ ਇੱਥੇ ਫੈਸਲਾ ਦੇ ਰਹੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਧੁਰੋਂ ਹੀ ਵਿਧੀ ਬਣੀ ਹੈ ਇਹ ਕਿ ਹੁਕਮ ਦੇ ਉਹਦੇ ਵਿੱਚ ਚੱਲੋਗੇ ਤੇ ਪਰਮਾਤਮਾ ਦੇ ਨੇੜੇ ਹੋ ਜਾਓਗੇ। ਇਹ ਦੀਵਾਰ ਟੁੱਟ ਜਾਏਗੀ। ਜੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜੇ ਫਿਰ ਚੋਟਾਂ ਖਾਏਗਾ ਜੇ ਅਸੀਂ ਆਪਣੇ ਭਾਣੇ ਵਿੱਚ ਚੱਲਾਂਗੇ। ਨਹੀਂ, ਅਸੀਂ ਗੁਰੂ ਦੇ ਭਾਣੇ ਦੇ ਵਿੱਚ ਚੱਲੀਏ ਤਾਂ ਕਿ ਸਾਨੂੰ ਇਹ ਕਰਮ ਕਾਂਡਾਂ ਤੋਂ ਮੁਕਤ ਹੋ ਜਾਈਏ ਤੇ ਸੱਚਿਆਰ ਬਣ ਜਾਈਏ। ਉਹ ਦੀਵਾਰ ਟੁੱਟ ਜਾਏਗੀ ਤੇ ਮਹਾਰਾਜ ਕਹਿੰਦੇ ਨੇ ਫਿਰ ਤੂੰ ਪਰਮਾਤਮਾ ਦੇ ਨੇੜੇ ਹੋ ਜਾਏਗਾ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਦਾਸ ਪਾਸੋਂ ਖਿਮਾ ਕਰ ਦੇਣਾ। ਚੰਗਾ ਬਚਨ ਹੋਵੇ ਗੁਰੂ ਦਾ ਤੇ ਉਹ ਆਪਣੇ ਹਿਰਦੇ ਵਿੱਚ ਵਸਾ ਲੈਣਾ। ਅਸੀਸ ਦੇਣਾ ਕਿ ਅਗਲੇ ਹਫ਼ਤੇ ਦੂਜੀ ਪੌੜੀ ਆਰੰਭ ਕਰਾਂਗੇ। ਹੁਣ ਇਹਦੀ ਕਨੈਕਟਿਡ ਹੈ ਬਈ ਹੁਕਮ ਕੀ ਹੈ। ਹੁਣ ਗੱਲ ਆ ਗਈ ਕਿ ਹੁਕਮ ਦੇ ਵਿੱਚ ਚੱਲਣਾ ਹੈ। ਤੇ ਹੁਣ ਮਹਾਰਾਜ ਕਹਿੰਦੇ ਨੇ, ਕਿਸੇ ਨੇ ਸਵਾਲ ਕੀਤਾ ਸਿੱਧਾ ਨੇ, ਮਹਾਰਾਜ ਤੁਸੀਂ ਤੇ ਕਿਹਾ ਉਹਦੇ ਹੁਕਮ ਵਿੱਚ ਚੱਲੋ, ਤੇ ਹੁਕਮ ਵਿੱਚ ਚੱਲੋਗੇ ਤੇ ਇਹਨਾਂ ਚੀਜ਼ਾਂ ਤੋਂ ਬੰਦ ਖਲਾਸੀ ਹੋ ਜਾਏਗੀ। ਤੇ ਜੇ ਹੁਕਮ ਹੈ ਕੀ ਹੈ ਤੇ ਮਹਾਰਾਜ ਹੁਣ ਅਗਲੀ ਪੌੜੀ 'ਚ ਫਿਰ ਸਮਝਾਉਣਗੇ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ। ਇਹ ਸਾਰੀ ਅੱਗੋਂ ਵਿਸਤਾਰ ਵਿੱਚ ਗੁਰੂ ਸਾਹਿਬ ਸੇਵਾ ਲੈਣਗੇ। ਤੋ ਆਪ ਸਾਰਿਆਂ ਦਾ ਧੰਨਵਾਦ ਜੋ ਬੜਾ ਪਿਆਰ ਦਿੰਦੇ ਹੋ। ਔਰ ਤੁਸੀਂ ਬੋਲ ਬੁਲਵਾ ਲੈਂਦੇ ਹੋ, ਅਸੀਂ ਬੋਲ ਲੈਂਦੇ ਹਾਂ। ਕਿਆ ਮੂਲ ਹੈ ਬੋਲੇ, ਗੁਣ ਵਿਹੂਣ ਨਾਮ ਜਪਿਆ ਨਾ ਤੇਰਾ। ਕੀ ਬੋਲਾਂ, ਤੈਨੂੰ ਬੁਲਾਉਣ ਵਾਲਾ ਤੇ ਤੂੰ ਹੈ। ਜਿਵੇਂ ਤੂੰ ਬੁਲਾਉਂਦਾ ਅਸੀਂ ਉਵੇਂ ਬੋਲਦੇ ਹਾਂ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਦੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।